कृपा करो, कृपा करो, कृपा करो, इनके दाते कृपा करो, इनके दाते कृपा करो, कृपा करो, इनके दाते, दीन के दाते
दिन कृष्णा साहेगा सिमरन भजन दया नहीं दीनी सिमरन भजन दया नहीं दीनी तो मुख चोटा खाएगा धर्म लाए जब देखा मगर जब लगे जाएगा धर्म लाए जब देखा मगर जब लगे जाएगा जो जमे आए केस दह भटके जो जमे आए केस कह भटके तो दिन कृष्णा साहेगा धर्म लाए जब लेखा मांगे वो धर्म लाए जब लेखा मांगे या मुख लेके जाएगा कहत कबीर सुनो रे संतो कहत कबीर सुनो रे संतो स्वाद सुखत तर जाएगा धर्म लाए जब देखा मांगे जब लगे जाएगा धर्म लाए जब देखा मांगे जब लगे जाएगा क्या मुख लगे जाएगा
सरदार कृपाल सिंह जी की याद ਨੂੰ ਮਨਾਉਂਦਿਆਂ ਹੋਇਆ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ। ਕਬੀਰ ਸਾਹਿਬ ਜੀ ਦਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਰਾਮ ਸਿਮਰ ਪਛਤਾਹੇਗਾ ਮਨ। ਸਿਮਰਨ ਕਰ अर्थ बड़े सीधे जे ने, कोई बहुती व्याख्या करने की लोड़ नहीं, समझ आती है, सीधी समझ आती है कि महाराज की कह रहे हैं, बाणी की कह रहे हैं। वेखो सरदार कृपाल सिंह जी तो अपना जीवन सफल करके चले गए। आ इकट्ठ हुंदा है मन नूं समझाउण वास्ते। जो गुरबाणी सानू चानण दे रही है, रोशनी दे रही है, प्रकाश दे रही है, वो ये है कि मन सिमरन कर, ना कीता ते पछताएगा। सीधी जी गल है। भजन कर, वाहिगुरू नूं याद कर, राम सिमर पछताएगा मन। पापी जीरा लोभ करता है, आज काल उठ जाएगा। कोई बहुती लंबी चौड़ी बुनियाद नहीं कर रहा। कल भगत रविदास जी का जन्म दिहाड़ा लंघिया। बसंत राग दे विच एक पंक्ति आउंदी है, रविदास कहते ने, तू काहे करदा है बावली, ए बावली तू किहड़े चक्करां च फिर रही है। तू काहे करदा है बावली। अगे फिर को प्रमाण दिंदे ने कि जैसे भागों कुंभराज। ਆਪਾਂ ਪਿੰਡਾਂ 'ਚ ਰਹਿਣ ਵਾਲੇ ਆ, ਬੜੀ ਜਟਕੀ ਜੀ ਮਿਸਾਲ, ਸਿੱਧੀ ਜੀ ਮਿਸਾਲ ਦਿੰਦੇ ਨੇ ਜਿਹੜੀ ਸਾਰਿਆਂ ਦੀ ਸਮਝ 'ਚ ਆਉਣ ਵਾਲੀ ਹੈ। ਆ ਸਾਉਣ ਭਾਦੋਂ ਦੇ ਦਿਨਾਂ ਵਿੱਚ ਪਿਆਂ ਦੇ ਉੱਤੇ ਪਿੰਡਾਂ ਦੇ ਵਿੱਚ ਜਿਹੜੀ ਭੁਰਭੁਰੀ ਜੀ ਜ਼ਮੀਨ ਹੁੰਦੀ ਹੈ ਉਹਦੇ ਵਿੱਚ ਖੁੰਬਾਂ ਉੱਗਦੀਆਂ। ਖੁੰਬਾਂ ਹੁਣ ਤੇ ਬੜੇ ਬੜੇ ਫਾਰਮ ਬਣ ਗਏ ਨੇ ਖੁੰਬਾਂ ਦੇ, ਪਹਿਲਾਂ ਜ਼ਿਆਦਾ ਪਿਆਂ 'ਚ ਉੱਗਦੀਆਂ ਸਨ। ਉਹ ਖੁੰਬ ਦੀ ਮਣਿਆਦ ਇੰਨੀ ਹੁੰਦੀ ਹੈ ਵੀ ਸਵੇਰੇ ਉੱਗਦੀ ਹੈ ਸੂਰਜ ਚੜ੍ਹਨ ਦੇ ਨਾਲ, ਤੇ ਸਾਰਾ ਦਿਨ ਉਹ ਰਹਿੰਦੀ ਹੈ। ਕੋਈ ਲੈ ਜਾਏ ਕੱਟ ਕੇ, ਵੱਢ ਕੇ, ਪੁੱਟ ਕੇ ਉਹਦੀ ਸਬਜ਼ੀ ਬਣਾ ਲੈ, ਠੀਕ ਹੈ। ਨਹੀਂ ਤੇ ਜਦੋਂ ਸੂਰਜ ਅਸਤ ਜਾਂਦਾ ਹੈ ਉਹ ਆਪਣੇ ਆਪ ਹੀ ਠੱਪੀ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਉਹ ਭਗਤ ਰਵਿਦਾਸ ਦਲੀਲ ਦਿੰਦੇ ਨੇ ਖੁੰਬ ਦੀ, ਤੂੰ ਕਾਏ ਗਰਭੈ ਬਾਵਲੀ। ਉਹ ਕਹਿੰਦੇ ਜੈਸੇ ਭਾਦੋਂ ਖੁੰਭ ਰਾਜ। ਉਹ ਖੁੰਭ ਦੀ ਇੰਨੀ ਤੇ ਮੜਿਆਦ ਹੁੰਦੀ ਹੈ ਵੀ ਉਹ ਸਵੇਰੇ ਉੱਗਦੀ ਹੈ ਤੇ ਸ਼ਾਮ ਤੱਕ ਰਹਿੰਦੀ ਹੈ। ਪਤਾ ਕਿ ਸ਼ਾਮ ਤੱਕ ਇਹਨੇ ਰਹਿਣਾ, ਕਿਸੇ ਨਾ ਕਿਸੇ ਦੇ ਧਿਆਨ ਚ ਆ ਹੀ ਜਾਏਗੀ। ਕੋਈ ਲੈ ਜਾਏਗਾ, ਸਬਜ਼ੀ ਬਣਾ ਲਏਗਾ, ਰੋਟੀ ਖਾ ਲਏਗਾ। ਪਰ ਭਗਤ ਜੀ ਕਹਿੰਦੇ ਨੇ ਤੇਰੀ ਤੇ ਇੱਕ ਘੜੀ ਦੀ ਮੜਿਆਦ ਨਹੀਂ, ਗੱਜ ਕੇ ਆਖੋ ਸਤਨਾਮ। ਤੂੰ ਤਿਸ ਤੇ ਖਰੀ ਉਤਾਵਲੀ। ਉਹ ਖੁੰਭ ਤੇਰੇ ਨਾਲੋਂ ਚੰਗੀ, ਉਹਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਮੜਿਆਦ ਹੀ ਹੈ। ਆ ਜਿਹੜਾ ਸਮਾਂ ਲੰਘਿਆ ਕਰੋਨੇ ਦਾ, ਬੜੇ ਬੜੇ ਹੀਰੇ ਬੰਦੇ ਚਲੇ ਗਏ, ਤੁਰ ਗਏ, ਪੰਗ ਦੇ ਪਹਾੜੇ ਚਲੇ ਗਏ, ਕੱਖ ਪਤਾ ਨਹੀਂ ਲੱਗਿਆ। ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਰਾ ਲੋਭ ਕਰਤਾ ਹੈ, ਆਜ ਕਾਲ ਉੱਠ ਜਾਏ। ਇਹ ਬਨਾਰਸ ਭਗਤ ਜੀ ਰਹਿੰਦੇ ਸਨ, ਕਾਸ਼ੀ। इस शब्द के पीछे एक भूमिका भी है, थोड़ी जी मैं तुहानू सरवण करा दिया ताकि समझ लगे शब्द की। कबीर जी तुरे जा रहे सी बाजार दे विच, वड्डा बाजार, ते वड्डे बाजार दे विच वड्डा सेठ बैठा, वड्डा सराहना रख के, वड्डा पलंग ढा के, नौकर चाकर दुआले दुआले काम करन डे। बड़ा आउण जाण, बड़ी गाहकी। कबीर साहब दुकान च वड़ गए। सेठ जी कहते भी नौकरां नूं कहंदे भी पुछो कौन है। पुछया जी कोई व्यापारी हो। व्यापारी आ, पर आ जिहड़ा सौदा तुसीं लई फिरदे हो इहदे व्यापारी नहीं। किणही बण जा काशी तांबा, किणही लौंग सुपारी, संतो बन गया नाम गोबिंद का, सिखेप हमारी, हर के नाम के व्यापारी। व्यापारी हैं पर परमेश्वर के नाम के व्यापारी हैं। जिहड़ा सौदा तुहाडे कोल इहदे ने।
ਤੇ ਵਪਾਰੀ ਨਹੀਂ ਤੇ ਫਿਰ ਕੋਈ ਮੰਗਤੇ ਹੋ, ਕੋਈ ਚਾਹੀਦਾ, ਕੀ ਗੱਲ ਹੈ? ਉਹਨੇ ਆਖਿਆ ਮੰਗਤੇ ਹਾਂ, ਪਰ ਦੁਕਾਨਾਂ ਤੋਂ ਮੰਗਣ ਵਾਲੇ ਮੰਗਤੇ ਨਹੀਂ। ਮੈਂ ਮੰਗਤਾ ਹਾਂ, ਪਰ ਮੰਗਦਾ ਇੱਕੋ ਵਾਹਿਗੁਰੂ ਕੋਲੋਂ ਆ। ਦਰਬਾਰ ਤੋਂ ਉੱਪਰ ਖਰਚ ਮੰਗਾ ਜਬੈ ਦੇ ਤਾਂ ਖਾਹੇ। ਮੰਗਤਾ ਹਾਂ ਪਰ ਇੱਕੋ ਪਰਮੇਸ਼ਰ ਦਾ ਮੰਗਦਾ, ਬੰਦਿਆਂ ਕੋਲੋਂ ਨਹੀਂ ਮੰਗਦਾ, ਮਨੁੱਖਾਂ ਕੋਲੋਂ ਨਹੀਂ ਮੰਗਦਾ। ਮਾਨੁ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕੋ ਪਰਮੇਸ਼ਰ ਦੇਣ ਵਾਲਾ, ਤੇ ਉਹਦੇ ਕੋਲੋਂ ਮੰਗਦਾ, ਉਹਦਾ ਹੀ ਮੰਗਤਾ। ਮੰਗਤਾ ਵੀ ਨਹੀਂ, ਵਪਾਰੀ ਵੀ ਨਹੀਂ, ਫਿਰ ਕਿੱਧਰ ਆਏ? ਕੰਮ ਕੀ ਹੈ? ਸੇਠ ਕਹਿੰਦਾ ਵੱਡਾ, ਆ ਦੁਕਾਨਾਂ ਤੇ ਲਿਖਿਆ ਹੁੰਦਾ ਨਾ, ਸਾਡਾ ਟਾਈਮ ਖਰਾਬ ਨਾ ਕਰੋ, ਵਿਹਲਿਆਂ ਯਾਰਾਂ ਦੀ ਲੋੜ ਨਹੀਂ, ਵਕਤ ਬਰਬਾਦ ਨਾ ਕਰੋ ਸਾਡਾ। ਇਸੇ ਤਰ੍ਹਾਂ ਕਹਿਣ ਲੱਗੇ, ਹੁਣ ਵਪਾਰੀ ਵੀ ਨਹੀਂ, ਮੰਗਤੇ ਵੀ ਨਹੀਂ, ਫਿਰ ਕਿੱਧਰ ਆਏ? ਕੀ ਕਹਿਣਾ ਚਾਹੁੰਦੇ ਹੋ? ਕਬੀਰ ਸਾਹਿਬ ਕਹਿੰਦੇ, ਸੇਠ ਜੀ ਤੁਹਾਡੇ ਕੰਨ 'ਚ ਇੱਕ ਆਵਾਜ਼ ਪਾਉਣੀ ਹੈ ਕਿ ਸਮਾਂ ਬੜਾ ਕੀਮਤੀ ਹੈ, ਥੋੜਾ ਜਿਹਾ ਟਾਈਮ ਕੱਢ ਕੇ ਤੇ ਰਾਮ ਰਾਮ ਦਾ ਭਜਨ ਜ਼ਰੂਰ ਕਰਿਆ। ਸੇਠ ਕਹਿੰਦਾ, ਜਾਓ ਕੰਮ ਕਰੋ ਆਪਣਾ ਜਾ ਕੇ, ਕਈ ਤੁਹਾਡੇ ਵਰਗੇ ਆਉਂਦੇ ਆ, ਕਈ ਜਾਂਦੇ ਆ, ਰਾਮ ਰਾਮ ਕਰੀਏ ਨਾ ਕਰੀਏ ਸਾਡੀ ਮਰਜ਼ੀ ਹੈ, ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ? ਨੌਕਰਾਂ ਨੂੰ ਕਿਹਾ ਕਿ ਇਹਨੂੰ ਦੁਕਾਨ 'ਚੋਂ ਬਾਹਰ ਕੱਢ ਦਿਓ। ਚਲੇ ਗਏ। ਥੋੜੇ ਦਿਨਾਂ ਬਾਅਦ ਕਬੀਰ ਸਾਹਿਬ ਫੇਰ ਆਏ। ਕਿੱਧਰ ਆਏ? ਆਏ ਜੀ ਤੁਹਾਡੇ ਕੰਨ 'ਚ ਆਵਾਜ਼ ਪਾਉਣ ਵਾਸਤੇ ਆਏ ਕਿ ਜੀਵਨ ਬੜਾ ਕੀਮਤੀ ਹੈ, ਕੁਝ ਸਮਾਂ ਕੱਢ ਕੇ ਸਿਮਰਨ ਕਰਿਆ ਕਰੋ। ਕਹਿੰਦੇ ਨੇ ਨੌਕਰਾਂ ਨੂੰ ਸੇਠ ਨੇ ਆਖਿਆ ਕਿ ਇਹਦੀ ਇਹੋ ਜਿਹੀ ਸਾਜਣਾ ਕਰੋ ਕਿ ਬਾਅਦ 'ਚ ਦੁਕਾਨ 'ਚ ਵੜਨ ਜੋਗਾ ਨਾ ਰਹੇ। ਨੌਕਰਾਂ ਨੇ ਫੜ ਲਿਆ, ਹੱਥ ਪੈਰ ਚਲਾ ਕੇ ਚੰਗੀ ਸਾਜਣਾ ਕਰ ਦਿੱਤੀ ਕਬੀਰ ਸਾਹਿਬ ਦੀ। ਜਦ ਕਰ ਦਿੱਤੀ ਤੇ ਕਬੀਰ ਸਾਹਿਬ ਨੇ ਨੇਤਰ ਸੇਠ ਦੇ ਮਸਤਕ ਵੱਲ ਜਦ ਪਾਏ ਤੇ ਆਖਿਆ, ਸੇਠਾ ਉਹ ਤੇਰਾ ਤਾਂ ਸਮਾਂ ਹੀ ਬੜਾ ਥੋੜਾ ਰਹਿ ਗਿਆ। ਚਲੇ ਗਏ। ਕੁਛ ਸਮਾਂ ਲੰਘਿਆ। ਸ਼ਹਿਰ ਦਾ ਵੱਡਾ ਚੌਕ, ਤੇ ਵੱਡੇ ਚੌਕ ਦੇ ਵਿੱਚ ਕੋਈ ਗੱਡਾ, ਗੱਡੇ ਤੇ ਸਮਾਨ ਲੱਗੇ ਹੈਗੇ, ਬੈਲ ਹੈ, ਉਹਦੇ ਕੋਲ ਸਮਾਨ ਚੁੱਕਿਆ ਨਹੀਂ ਗਿਆ। ਗਰਮੀ ਦਾ ਮੌਸਮ ਹੈ, ਨਾਲੇ ਮਾਰ ਪੈ ਰਹੀ ਹੈ। ਲੋਕ ਇਕੱਠੇ ਹੋਏ ਨੇ, ਕਬੀਰ ਸਾਹਿਬ ਵੀ ਚਲੇ ਗਏ। ਬਨਾਰਸਰੀ ਦੇ ਸਨ, ਕੀ ਹੋਇਆ ਜੀ, ਕੀ ਹੋਇਆ? ਇਹ ਜੀ ਭਾਰ ਬਹੁਤਾ ਲੱਭਿਆ ਸੀ, ਇਹ ਬੈਲ ਕੋਲੋਂ ਚੱਲਿਆ ਨਹੀਂ ਗਿਆ, ਡਿੱਗ ਪਿਆ ਬੇਹੋਸ਼ ਹੋ ਕੇ। ਜਾ ਕੇ ਕਬੀਰ ਸਾਹਿਬ ਨੇ ਜਦੋਂ ਨੇਤਰਾਂ 'ਚ ਨੇਤਰ ਪਾਏ ਤੇ ਆਖਿਆ, ਸੇਠਾ ਉਹ ਸੇਠਾ ਤੈਨੂੰ ਕਿਹਾ ਸੀ ਰਾਮ ਰਾਮ ਕਰਿਆ ਕਰ, ਭਜਨ ਕਰਿਆ ਕਰ। ਨੇਤਰਾਂ 'ਚ ਚੱਲ ਉਸ ਬੈਲ ਦੇ ਵੀ ਆ ਗਿਆ। ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਰਾ ਲੋਭ ਕਰਤਾ ਹੈ, ਆਜ ਕਾਲ ਉਠ ਜਾਹੇਗਾ। ਲਾਲਚ ਲਾਗੇ ਜਨਮ ਗਵਾਇਆ, ਮਾਇਆ ਧਰਮ ਭੁਲਾਹੇਗਾ। ਧਨ ਜੋਬਨ ਕਾ ਗਰਭ ਨਾ ਕੀਚੈ। ਅੱਜ ਸਾਡੇ ਦੇਸ਼ ਦੇ ਰਾਜੇ ਮੋਦੀ ਵਰਗੇ, ਇਹਨੂੰ ਕੌਣ ਦੱਸੇ ਕਿ ਮੋਦੀਆ ਤੇਰੇ ਵਰਗੇ ਕਈ ਆਏ ਤੇ ਕਈ ਗਏ। ਅੱਜ ਤੂੰ ਕਿਸਾਨਾਂ ਨੂੰ ਦੁਖੀ ਕਰ ਰਿਹਾ ਹੈ, ਚਾਰ ਕੌਡੀਆਂ ਦੇ ਲਾਲਚ 'ਚ ਆਣ ਕੇ। ਤੇਰੇ ਕਈ ਪਿਓ ਜੰਮੇ ਤੇ ਕਈ ਗਏ, ਤੇਰੇ ਤੋਂ ਵੀ ਜਿਹੜੇ ਕਈ ਕਈ ਗੁਣਾ ਅੱਗੇ ਸਨ। ਸਵਾ ਸਵਾ ਮਣ ਜੰਜੂ ਲਾ ਕੇ ਜਿਹੜੇ ਰੋਟੀ ਖਾਂਦੇ ਸੀ ਉਹ ਨਹੀਂ ਰਹੇ, ਤੇ ਤੂੰ ਕਿਹੜੇ ਬਾਗ ਦੀ ਮੂਲੀ। ਧਨ ਜੋਬਨ ਕਾ ਗਰਭ ਨਾ ਕੀਜੈ। ਜੇ ਵਾਹਿਗੁਰੂ ਨੇ ਚਾਰ ਕੌਡੀਆਂ ਦਿੱਤੀਆਂ, ਉਹਦਾ ਸੁੱਖ ਆਪ ਵੀ ਲੈ, ਕਿਸੇ ਦੂਜੇ ਨੂੰ ਵੀ ਦੇ। ਉਹਦਾ ਹੰਕਾਰ ਨਾ ਕਰੇ। ਕੌਡੀਆਂ ਕਿਸੇ ਦੀਆਂ ਹੈ ਨਹੀਂ। ਅੱਜ ਇੱਕ ਦੀ ਬੋਝ 'ਚ ਹੈ, ਕੱਲ ਦੂਜੇ ਦੇ, ਪਰਸੋਂ ਕਦੀ ਕਿਸੇ ਦੇ, ਕਦੀ ਕਿਸੇ ਦੇ। ਇਹ ਕਿਸੇ ਦੀ ਮਿੱਤ ਨਹੀਂ, ਮਾਇਆ ਉਹਦੀ ਮਿੱਤ ਹੈ ਜਿਹੜਾ ਇਹਦੀ ਸਹੀ ਵਰਤੋਂ ਕਰਦਾ। ਦਮੜਾ ਕਿਸੇ ਦਾ ਜੋ ਖਰਚਾ ਅਰ ਖਾਏ, ਆਪ ਵੀ ਖਾਂਦਾ ਹੈ, ਬੱਚਿਆਂ ਨੂੰ ਵੀ ਖਵਾਉਂਦਾ ਹੈ, ਆਏ ਗਏ ਦੀ ਸੇਵਾ ਵੀ ਕਰਦਾ ਹੈ। ਮਾਇਆ ਤਾਂ ਉਹਦੀ ਹੈ, ਜਿਹੜਾ ਜੋੜਦਾ ਉਹਦੀ ਕੋਈ ਨਹੀਂ। ਤਨ ਜੋਬਨ ਕਾ ਗਰਭ ਨਾ ਕੀਜੈ, ਕਾਗਰ ਜਿਉ ਗਲ ਜਾਹੇਗਾ। ਦੇਖੋ ਬੜੇ ਸਿੱਧੇ ਜਿਹੇ ਸ਼ਬਦ ਨੇ, ਆਪਣੇ ਆਪ ਹੀ ਸਮਝ ਆਉਂਦੀ ਹੈ ਕਿ ਜੋ ਜਮ ਆਏ ਕੇਸ ਗਹਿ ਪਟਕੇ, ਤਉ ਦਿਨ ਕਿਛ ਨ ਬਸਾਹੇਗਾ। ਜਦੋਂ ਜਮ ਆਏ ਤੇ ਜਮਾਂ ਨੇ ਆ ਕੇ ਤੈਨੂੰ ਵਾਲਾਂ ਤੋਂ ਫੜ ਕੇ ਪਟਕਾ ਕੇ ਮਾਰਿਆ ਤੇ ਫਿਰ ਕੀ ਕਰੇਗਾ ਭਾਈ? ਜੋ ਜਮ ਆਏ ਕੇਸ ਗਹਿ ਪਟਕੈ, ਤਉ ਦਿਨ ਕਿਛ ਨ ਬਸਾਹੇਗਾ। ਅੱਗੇ ਬੜੇ ਸਪਸ਼ਟ ਜਿਹੇ ਲਫ਼ਜ਼ ਨੇ ਕਿ ਸਿਮਰਨ, ਭਜਨ,
ਦਇਆ ਨਹੀਂ ਕੀਤੀ। ਸਿਮਰਨ ਕਰਨਾ ਸੀ, ਭਜਨ ਕਰਨਾ ਸੀ, ਕਿਸੇ ਜੀ ਤੇ ਦਇਆ ਕਰਨੀ ਸੀ, ਤਿੰਨੇ ਕੰਮ ਤੂੰ ਨਹੀਂ ਕੀਤੇ। ਸਿਮਰਨ, ਭਜਨ, ਦਇਆ ਨਹੀਂ ਕੀਨੀ, ਤੋ ਮੁਖ ਚੋਟਾ ਖਾਏਗਾ। ਤੇ ਲੋਕੀ ਕਹਿੰਦੇ ਨੇ ਕਿ ਕਬੀਰ ਸਾਹਿਬ ਗੱਲਾਂ ਕਿਹਦੇ ਨਾਲ ਕਰਦੇ ਪਏ? ਬੈਲ ਦੇ ਨਾਲ। ਬੈਲ ਦੇ ਸਾਹਮਣੇ ਹੋ ਕੇ ਬੋਲਦੇ ਪਏ ਹੋ ਤੇ ਕਹਿ ਕੀ ਰਹੇ ਹੋ? ਕਿਹਦੇ ਨਾਲ ਗੱਲਾਂ ਕਰਦੇ ਪਏ ਹੋ? ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਬੈਲ ਹੈ ਪਤਾ ਕੌਣ ਜੇ? ਇਹ ਉਹ ਜਿਹੜਾ ਚੌਂਕ 'ਚ ਵੱਡਾ ਸੇਠ ਬੈਠਾ ਹੁੰਦਾ ਸੀ, ਵੱਡਾ ਪਲਕ ਡਾ ਕੇ, ਵੱਡਾ ਮੰਜਾ ਡਾ ਕੇ, ਵੱਡਾ ਇਹ ਉਹ ਸੇਠ ਹੈ, ਸੇਠ ਵੱਡਾ ਦੁਕਾਨਦਾਰ। ਹੁਣ ਇਹਦੀ ਇਹ ਹਾਲਤ ਬਣ ਗਈ ਹੈ। ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਉਹ ਜਦੋਂ ਬੈਲ ਦੀਆਂ ਅੱਖਾਂ 'ਚ ਪਾਣੀ ਆਇਆ ਤੇ ਕਬੀਰ ਸਾਹਿਬ ਕਹਿੰਦੇ ਨੇ ਹੁਣ ਨਹੀਂ ਗੱਲ ਕਰਦਾ। ਸਾਖੀ ਦੱਸਦੀ ਹੈ ਕੋ ਬੈਲ ਵੀ ਰੋਇਆ। ਜਦ ਬੈਲ ਰੋਇਆ ਤੇ ਕਬੀਰ ਸਾਹਿਬ ਕਹਿੰਦੇ ਨਹੀਂ ਸੇਠਾ ਹੁਣ ਨਹੀਂ, ਤੈਨੂੰ ਕਿਹਾ ਸੀ ਤੂੰ ਕਿ ਭਜਨ ਕਰਿਆ ਕਰ, ਥੋੜਾ ਬੜਾ ਟਾਈਮ ਕੱਢਿਆ ਕਰ ਆਪਣੇ ਲਈ। ਭਗਤ ਜੀ ਕਹਿੰਦੇ ਚਾਰ ਪਾਵ, ਹੁਣ ਤੇਰੇ ਚਾਰ ਪੈਰ ਨੇ, ਦੋ ਸਿੰਘ ਨੇ, ਮੂੰਹ ਤੇਰਾ ਜ਼ਬਾਨ ਤਾਂ ਹੈਗੀ ਪਰ ਗੂੰਗੀ ਹੈ, ਬੋਲ ਨਹੀਂ ਸਕਦੀ। ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਂਗਾ ਪਰ ਹੈ, ਤੁਰਦਿਆਂ ਵੀ ਕੰਮ ਕਰਦਿਆਂ ਵੀ ਨਾਲ ਮਾਰ ਪੈਂਦੀ ਹੈ, ਸੋਟੀਆਂ ਫੇਰ ਵੀ ਵੱਜੀ ਜਾਂਦੀਆਂ। ਤਬਕਤ ਮੁੰਡ ਲਗਈ ਹੈ, ਉਹ ਸਾਰੋ ਦਿਨ ਡੋਲਤ ਬਨ ਬਈਆ, ਸਾਰਾ ਦਿਨ ਖਾਂਦਾ ਰਹਿਣਾ, ਐਡਾ ਵੱਡਾ ਪੇਟ ਹੈ ਤਾਂ ਵੀ ਨਹੀਂ ਭਰਦਾ। ਇਹ ਤੇਰੀ ਹਾਲਤ ਪਤਾ ਕਿਉਂ ਹੋਈ? ਜਨ ਭਗਤਨ ਕੋ ਕਹਿਓ ਨਾ ਮਾਨੋ, ਕੀਓ ਆਪਣੋ ਪਈ ਹੈ। ਤੇ ਕਬੀਰ ਸਾਹਿਬ ਨੂੰ ਲੋਕੀ ਕਹਿਣ ਲੱਗੇ ਕਬੀਰ ਸਾਹਿਬ ਹੁਣ ਕੋਈ ਸਮੱਤ ਵੀ ਦੇ ਜਾਓ। ਤੇ ਕਬੀਰ ਸਾਹਿਬ ਐਂਡ ਵਾਲੀਆਂ ਪੰਕਤੀਆਂ 'ਚ ਕਹਿ ਗਏ, ਕਹਿ ਤੇ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ। ਅਜੇ ਵੀ ਜਿੰਨੇ ਕੁਝ ਸਮਝਣਾ ਹੈ ਉਹ ਸਮਝੇ ਵੀ ਜਿੱਥੇ ਸੰਗਤ ਹੋਣ ਰਹੀ ਹੈ, ਜਿੱਥੇ ਸਤਸੰਗ ਜੁੜੀ ਹੈ, ਉੱਥੇ ਜਾ ਕੇ ਬਹਿ ਜਾਓ ਤੇ ਉੱਥੇ ਜਾ ਕੇ ਬਹਿ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਤੋਂ ਵੱਡਾ ਸਾਧਨ ਹੋਰ ਤਰ ਸੰਗਤ ਜ਼ਰੂਰ ਕਰਿਆ ਕਰੋ। ਦੋ ਚਾਰ ਘਰ ਦੇ ਜ਼ਰੂਰੀ ਕੰਮ ਛੱਡ ਵੀ ਦਿਆ ਕਰੋ, ਕੋਈ ਗੱਲ ਨਹੀਂ। ਕਿਤੇ ਸੰਗਤ ਬੈਠੀ ਹੈ ਨਾ, ਜੁੜ ਕੇ ਬੈਠੀ ਹੈ, ਉੱਥੇ ਜਾ ਕੇ ਬਹਿ ਜਾ ਕਰੋ, ਕਿਉਂਕਿ ਸੰਗਤ 'ਚ ਬਹਿਣ ਦਾ ਬੜਾ ਲਾਭ ਹੈ। ਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਨੇ, ਬੜ ਭਾਗੀ ਤੇ ਜਨ ਕੋ ਜਾਣੋ, ਜਿਨ੍ਹਾਂ ਦਾ 400 ਸਾਲਾ ਆ ਰਿਹਾ ਉਹਨੂੰ ਵੱਡਿਆਂ ਭਾਗਾਂ ਵਾਲਾ ਜਾਣੋ। ਜਿਹਦੇ ਕੋਲ 4 ਪੈਸੇ ਨੇ ਉਹ ਵੱਡਿਆਂ ਭਾਗਾਂ ਵਾਲਾ ਨਹੀਂ। ਉਹ ਵੱਡਿਆਂ ਭਾਗਾਂ ਵਾਲਾ ਜਿਹੜਾ ਸੰਗਤ 'ਚ ਜੁੜ ਕੇ ਜਾਂ ਅੰਮ੍ਰਿਤ ਵੇਲੇ ਜੁੜ ਕੇ ਬਹਿ ਜਾਂਦਾ ਤੇ ਜਪਦਾ ਸਤਨਾਮ ਸ੍ਰੀ ਵਾਹਿਗੁਰੂ। ਸੋ ਸਰਦਾਰ ਸਾਹਿਬ ਸਰਦਾਰ ਕਿਰਪਾਲ ਸਿੰਘ ਜੀ ਜਿਨ੍ਹਾਂ ਦੀ ਸਾਲਾਨਾ ਯਾਦ ਮਨਾਈ ਜਾ ਰਹੀ ਹੈ, ਗੁਰੂ ਪਿਆਰੇ ਸਰਦਾਰ ਸਾਹਿਬ ਸਰਦਾਰ ਮੂਲਕ ਸਿੰਘ ਜੀ ਪੱਤਰਕਾਰ ਸਾਹਿਬ, ਇਸ ਇਲਾਕੇ ਦੇ ਪਤਵੰਤੇ ਸੱਜਣ ਜਿਨ੍ਹਾਂ ਨੇ ਦਾਸ ਨੂੰ ਫੋਨ ਕਰਕੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ, ਉਹ ਵੀ ਸੰਗਤ ਵਿੱਚ ਮੌਜੂਦ ਨੇ। ਸੋ ਆਓ ਆਪਾਂ ਕੁਝ ਸਮਾਂ ਹੋਰ 11:30 ਵਜੇ ਤੱਕ ਸ਼ਬਦਾਂ ਦੀ ਹਾਜ਼ਰੀ ਭਰਨੀ ਹੈ। ਆਓ ਹੁਣ ਗੁਰਬਾਣੀ ਦੇ ਸ਼ਬਦ ਨਾਲ ਜੁੜੀਏ। ਵਿੱਚ ਦੁਨੀਆ ਸੇਵ ਕਮਾਈ, ਵਿੱਚ ਦੁਨੀਆ ਸੇਵ ਕਮਾਈ, ਸਾਦਰ ਕਹਿ ਬੈਸਨੀ ਪਾਈਏ, ਸਾਦਰ ਕਹਿ ਬੈਸਨੀ क्यों
सुख होवे सेवक मानिया सब दुनिया अब जानिया सब दुनिया दुनिया सब दुनिया बन जानिया सब दुनिया सब दुनिया बन जानिया तन लागे बानिया एक तन लागे बानिया सुख होवे सब दुनिया जानिया सब दुनिया जानिया बिच दुनिया सब तुम्हारा बिच दुनिया
दुनिया से कमाया बिच दुनिया से कमाया बिच दुनिया से जाओ आए सोई बिहाजो हर गुरते मन है बसेरा जाओ आए सोई बिहाजो हर गुरते मन है बसेरा जाओ आए करूं विनती सुनो मेरे मीता संगीत कहल की बेला यहाँ घाटी चलो हर राह आगे बसन सुहेला आगे बसन सुहेला बसन सुहेला जागो आए सोई बिहाजो आज मेरे मन है बसेरा जागो आए यह संसारी विकासन से तरया हम के आनी जिसे जगाए प्यारे हो रस अकथ कथा तिन जानी अकथ कथा तिन जानी कथा तिन जानी जाको आए सोई बिहाजो आज गुरते मन है बसेरा जाको आए सोई बिहाजो आज गुरते मन है बसेरा जाको आए और कटे दिन सुनाए और कटे दिन सुनाए मन गुर मिले काज सुवाए मन गुर मिले काज सवारे मन गुर मिले काज सवारे मन गुर मिले काज सवारे जाको आए सोई बिहाजो हर गुरते मन है बसेरा जाको आए सोई बिहाजो हर गुरते मन है
बाहुर ना होए को फेरा, बाहुर ना होए को फेरा, जाको आए सोई बिहारो, हर गुण तेरे मन में बसेरा, जाको आए सोई बिहारो, हर गुण तेरे मन में बसेरा, जाको आए। अंतर्जामी पुरख विधाते, अंतर्जामी पुरख विधाते, सदा मन की तुरे, अंतर्जामी पुरख विधाते, अंतर्जामी 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 पुरख विधाते, अंतर्जामी पुरख विधाते, सदा मन पूरे, नानक दास यह सुख मांगे। नानक दास यह सुख मांगे, वो कर संतन की तूरे, वो कर संतन की तूरे, कर संतन की तूरे, जाको आए सोए बिहारो, हर गुण तेरे मन में बसेरा, जाको आए सोए बिहारो, हर गुण तेरे मन में बसेरा, जाको आए सोए बिहारो, जाको शब्द की हाजरी होर सरदार साहब सरदार कृपाल सिंह जी की याद में जुड़ बैठे हैं आप सारे। कल भगत रविदास जी का जन्म दिहाड़ा लगे, एंड वाला शब्द उन्होंने का ही पढ़िए। बहुत जन्म पिछड़े थे माधो, ए जन्म तुम्हारे लेखे। अगली लाइन पता की है, कह रविदास आस लग जीवो चिर भयो। ये पता किनू आखी दे, ध्यान दियो थोड़ा जिहा। कोई बंदा समय बाद मिले, वाह टाइम बाद मिले तो उन्होंने आखी दे फलाना सिया बड़ा चिर हो गया तेनों मिले नूं, कित्थे रिहा यार, बड़े चिर बाद मिले। ਇਹਦਾ मतलब है कि पहला भी तो मैंने मिले हैं। देखो रब साडे तो कोई दूर नहीं, केवल असीं उहनूं बुलाया है, वो कोई दूर नहीं साडे तो। कह रविदास हाथ पै नेड़े, साडे शरीर दा सब तो नेड़े एक अंग है, वो है हाथ। ते रविदास कहंदे ने रब हाथ तो भी नेड़े है।
बड़े प्रेरणादायक बचन ने रविदास जी दे। कह रविदास जो जपै नाम तिस जात, ना जन्म ना जोन काम, मेरी जात कमीनी। कोई बंदा कहता है अपनी जात नूं हर एक बंदा ओहो जी होवे ते छुपाउंदा है। वो दावे नाल कहंदा मेरी जात कमीनी, पात कमीनी, होछा जन्म हमारा। मैं जात दा किहड़ी जात च मैं जम्मिया, चमारा दे घर। पर अगे उन्हें बड़ी कमाल की गल आखी, चमरटा गांठ न जनई, लोग कढावे पनी। चौंक च बैठे ने रविदास, लोग आउंदे ने टुटी जुत्ती अगे रखते ने, रविदास साडी जुत्ती गंढदे। वो जिन्ना चर्च किसी की जुत्ती गंढदे ने, अपने मन नूं रब नाल गंढ लैंदे ने। चमरटा काठ जनही, लोग कढ़ावे पनही, लोग गंठ गंठ खरा विभूता। औ बिन गंठे जाए पहुंचा कुंदा, रविदास जपे राम नामा। ओ मैं जम स्यो नाही कामा, मेरे लेखे पाड़ गए, हुण मैनू जमा दा कोई खतरा रह नहीं। एक बचन होर रविदास जी का करके, क्योंकि प्रेरणा मिलती है। रब ने आख्या कि रविदास मैं सारे संसार में इको रस्से नाल ही बन दिता है। ते रविदास कहते कि ठीक है, जे तू इको रस्से नाल संसार नूं बन्निया तो फिर एक रस्सा साडे कोल भी है तेनू बन्नण वाला। वो किहड़ा? उन्हें आख्या जो हम बांधे मोह फास, सारा संसार मोह के रस्से नाल ही बंधा ना। हर एक बंदा बच्चों के परिवार के मोह च दिने रात भज्जा फिरदा है। काहदे मोह च? परिवार के मोह च, बच्चों के मोह च। हेत के बंधन तोड़ न सके, ता जम करे खुआरी जियो। हेत दे मोह च सारा संसार वज्जा पिया। बच्चियां नूं छड्डो, बंदियां नूं छड्डो, आ जानवर को बांदरी वेखो, एक बच्चा मर जाता एक तरह चुक के तुरी फिरदी है। छोटे छोटे कतूरियां नूं, पंजां सत्तां नूं लैके कितना कुकर तुरे फिरदे ने, दुध चगाउंदे ने, पल दूजे बच्चे नूं वड्डदे ने, अपने नूं दंदां च लैके चुक के जांदे ने, दंद नहीं चुभण दिंदे। मोह है, क्योंकि अपने नाल मोह हुंदा है। वो कहता तू सारे संसार में मोह के रस्से नाल इको नाल ही बन छड्डिया, पर एक रस्सा साडे कोल भी है। जो हम बांधे मोह फास, हम प्रेम बंधन तुम बांधे। असी तेनू वाहिगुरू प्रेम के रस्से नाल बने, असी तेरा मोह का रस्सा तैनू जप के ही तोड़ना है, पर तू साडा प्रेम का रस्सा किस तरह तोड़ेगा? फिर रब नूं कहना पिया भी नहीं, तेरा रस्सा नहीं मैं तोड़ सकता। मेरी बांधी भगत छड़ावे, बांधे भगत ना छुटे। उस वैसे भगत रविदास जी महाराज जिन्हां दा कल जन्म दिहाड़ा लगे है, आओ उन्हां दा शब्द है, बहुत जन्म बिछड़े थे माधो, ए जन्म तुम्हारे लेखे कह रविदास। आस लग जी मोह चिर भयो, चिर होया सिर्फ तेनू देखिया नूं, टाइम हो गया कुछ। आज 60 70 80 सालों की उम्र हो जाती है, अजे तक लोग पूछणगे भी मूल मंत्र कित्थों तक पढ़ी है, मूल मंत्र कित्थों तक है, दस्यो हाँ यार। एक बजुर्ग मैनू पूछे उत्थे परिक्रमा च खड़ा भी दस्यो भाई साहब मूल मंत्र। मैं कहा बाबा जी उम्र किन्नी है? कहंदे उम्र तो 75 सालों की होगी है। तो मैं कहा जी वही पूछण डे भी मूल मंत्र कित्थों तक पढ़ना है? वाहिगुरू ही आखी जाओ, जिथों तक मर्जी पढ़ी जाओ, गुरप्रसाद तक ही प्रवान है। हैप्पी सच नानक होसी भी जिथों तक मर्जी पढ़ो, पढ़ो तो सही के पुछते ही टैब लगा देना सारा। पढ़ो बाणी, पढ़ो सिमरन करो, जिन्ना होंदा टाइम कढ के वाहिगुरू दे नाल जुड़ो। कोई साडे तो दूर नहीं सी, सिर्फ उन्होंने भुलाया है। कह रविदास आस लग जीवो, चिर भयो दर्शन देसी। आओ सच्ची सुची श्रद्धांजलि सरदार साहब जी को, गुरमुख प्यारे सरदार साहब सरदार कृपाल सिंह जी को अर्पण करिए। आप भगत रविदास जी का शब्द पढ़ के फिर कीर्तन की समाप्ति है जी। बहुत जन्म बिछे मारो, एह जन्म तुम्हारे लेके। बहुत जन्म बिछड़े थे मारो, एह जन्म तुम्हारे
बचनी तो बख्श दे नानक वाहिगुरू। आओ गुरु की शक्ति इन्नी कीर्तन की सेवा आज भी प्रवान करनी। सतगुरु जी मेरा करना। गुरु प्यारे सरदार मूलक सिंह जी सारा परिवार ਜਿਹੜੇ ਵੀ ਸਾਰੇ ਬਾਹਰ ਵਿਦੇਸ਼ 'ਚ ਵੀ ਰਹਿੰਦੇ ਨੇ ਇੱਥੇ ਵੀ ਰਹਿੰਦੇ ਨੇ ਸਾਰਿਆਂ ਦਾ ਧੰਨਵਾਦ। ਹੁਣ ਇਸੇ ਤਰ੍ਹਾਂ ਪਿਆਰ ਨਾਲ ਬੈਠ ਕੇ ਆਪ ਜੀ ਗੁਰੂ ਚਰਨਾਂ ਦੇ ਵਿੱਚ ਗੁਰੂ ਕੇ ਸ਼ਬਦ ਦੀ ਕਥਾ ਸਰਵਣ ਕਰੋ ਜੀ। ਕੀਰਤਨ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਕੀਰਤਨ ਸਰਵਣ ਕਰਾਇਆ ਹੈ। ਹੁਣ ਭਾਈ ਭੁਪਿੰਦਰ ਸਿੰਘ ਜੀ USA ਤੋਂ ਆਪ ਦੇ ਸੰਗਤਾਂ ਨੂੰ ਕਥਾ ਸੁਣਾ ਰਹੇ ਹਨ। ਜੋ ਹੁਕਮਨਾਮਾ ਆਇਆ ਹੈ ਪਾਤਸ਼ਾਹ ਦਾ ਉਸ ਕਥਾ ਹੁਕਮਨਾਮੇ ਤੇ ਕਥਾ ਸਰਵਣ ਕਰਾਉਣਗੇ। ਪਿਆਰੀ ਸਰਨੀ ਪਿਆਰ ਨਾਲ ਇਹ ਹੁਕਮਨਾਮਾ ਸਰਵਣ ਕਰਨਾ ਹੈ, ਕਥਾ ਸਰਵਣ ਕਰਨੀ ਹੈ। ਇਹ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੋਂ ਕਰਾਏ ਹੈ ਤੇਹਾ ਹੋ ਕਰੀ ਵਖਿਆਲ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ जिस पास बैठिया सोहीए सब नाम दा वेसाहो। जिस पास बैठिया सोहीए सब नाम दा वेसाहो। श्री वाहिगुरु जी। सोरठ महला पंजवा। आगे सुख मेरे मीता पाछे आनंद प्रभ कीता। परमेश्वर बनत बनाई फिर डोलत कतहु नाही। आगे सुख मेरे मीता पाछे आनंद प्रभ कीता।
परमेश्वर बनत बनाई, फिर डोर तकत हूँ नाही। साचे साहिब समन मान्या, हर सर्ब निरंतर जानिया रहाओ। सब जीव तेरे दयाल, अपने भगत कर है प्रतिपाला। अचरज तेरी वड्याई, नित नानक नाम ध्याई। सब जीव तेरे दयाला, अपने भगत कर है प्रतिपाला। अचरज तेरी वड्याई, नित नानक नाम ध्याई। वाहिगुरु जी का खालसा, वाहिगुरु जी की फतेह। परम सन्मान ते सत्कारयोग सतगुरु जी की साजी नवाजी गुरु खालसा साध संगत, आप सब संगत नूं विदित है कि सरदार कृपाल सिंह जी विदेश यात्रा ते गए। वाहिगुरु दे हुक्म नाल शरीर वापस नहीं आया। सपुत्र दोवें उत्थे विदेश विच ही उन्हां दा अंतिम संस्कार किया। गुरबाणी पाठ मर्यादा जो है उत्थे संपूर्ण की, पर जिथे कोई जन्मदा है तो ठीक है, असीं अपने उपजीविका के संबंध नाल देश तो देश नूं छड्ड के विदेशों विच विचरदे हैं, पर मूल मुद्दा तो साडी यह धरती हुई है। उन्नी देर बच्चों नूं समझिया नहीं आउंदा जिन्नी देर ये रस्म बजुर्गों की याद अपने नगर ना मनाई जाए, ना किया जाए रस्म। इस संबंध नूं लैके सरदार बलजीत सिंह जी इन्हां दे छोटे भरा उत्थे विदेशी है ते 4 भैणां इन्हां दियां समुचे परिवार ने उन्हां दा जो अंगीठा संकोच के लियाए इत्थे जो गुरु घर की मर्यादा गुरबाणी पाठ कथा कीर्तन उस संबंध नूं लैके समुचे सिद्धू परिवार ने यह प्रोग्राम लिखिया। सतगुरु पातशाह महाराज जी के गुरबाणी के पाठ संपूर्ण होए। पाठ उपरंत भोग पे ने डिठे सभे थाव नहीं तुझ जिहिया, बद्धो पुरख वधाते तां तू सोहिया। वो महान पावन स्थान तो गुरु के कीर्तनिया ने शब्द कीर्तन ते विचार दे नाल आप संगतां नाल सांझ पाई है। ठीक है, सानू भावें
ਕੁਛ ਦਿਨ ਬਾਹਰ ਵਿਚਰਦੇ ਐ, ਲੋਕ ਉਧਰ ਵਾਲੇ ਕਹਿਣ ਲੱਗ ਜਾਂਦੇ ਭਾਈ ਸਾਹਿਬ ਜੀ USA ਵਾਲੇ ਕਹਿ ਦਿੰਦੇ ਆ, ਪਰ ਅਸੀਂ ਬੱਚੇ ਇੱਥੋਂ ਦੇ। ਆ ਜਿਤਨੀ ਆਪਣੀ ਇਹ ਧਰਤੀ ਹੈ, ਇੱਥੇ ਮਹਾਂਪੁਰਖਾਂ ਦੇ ਚਰਨਾਂ ਨਾਲ ਚੱਪਾ ਚੱਪਾ ਪਵਿੱਤਰ ਹੈ। ਮਾਲਵਾ ਇਤਿਹਾਸ ਨੂੰ ਰਚਣ ਵਾਲੇ ਮਹਾਂਪੁਰਖ ਸੰਤ ਬਾਬਾ ਵਿਸਾਖਾ ਸਿੰਘ ਜੀ, ਇਹ ਧਰਤੀ ਚੱਪਾ ਚੱਪਾ ਉਹਨਾਂ ਦੀ ਗਾਹੀ ਹੋਈ ਹੈ। ਆ ਸਾਰਾ ਨਹਿਰ ਦਾ ਨਿਰਮਾਣ ਜੋ ਉਹਨਾਂ ਮਹਾਂਪੁਰਖਾਂ ਨੇ ਕੀਤਾ ਹੈ, ਧਰਤੀ ਨੂੰ ਸਰਸਜ ਕਰਨ ਵਾਸਤੇ, ਸੰਤ ਬਾਬਾ ਵਿਸਾਖਾ ਸਿੰਘ ਜੀ ਦਾ। ਇੱਕ ਪਾਸੇ ਉਹਨਾਂ ਦਾ ਜਨਮ ਨਗਰ ਹੈ, ਇੱਕ ਪਾਸੇ ਉਹਨਾਂ ਦਾ ਅੰਤਮ ਸਥਾਨ ਹੈ। ਅਤੇ ਇਹ ਧਰਤੀ ਜਿੱਥੇ ਆਪਾਂ ਬੈਠੇ ਹਾਂ, ਨਾਲ ਹੀ ਦਾਇਆ ਪਿੰਡ ਹੈ, ਦਾਸ ਦੇ ਵਿਦਿਆ ਦਾਤੇ ਦਾ ਨਿਗਰਾਹ ਹੈ। ਦਿਹਾੜਾ ਉਹਨਾਂ ਦੇ ਨਾਲ ਗੁਰੂ ਭਾਈ ਸੀ ਬਾਬਾ ਗੁਰਮੁਖ ਸਿੰਘ ਜੀ, ਸਾਡੇ ਨਾਲ ਵੀ ਬਹੁਤ ਪੜ੍ਹਨ ਵਿੱਚ ਮਦਦ ਦਿੰਦੇ। ਦਾਸ ਤੇ ਜਦੋਂ ਵਿਦਿਆਰਥੀ ਸੀ ਉਦੋਂ ਵੀ ਇਹਨਾਂ ਪਿੰਡਾਂ 'ਚ ਵਿਚਰਦਾ ਰਿਹਾ। ਇਹ ਸਿੱਧੂ ਪਰਿਵਾਰ ਨਾਲ ਪ੍ਰੇਮ ਹੋਣ ਕਰਕੇ ਜਿਸ ਦਿਨ ਬਜ਼ੁਰਗਾਂ ਨੇ ਸਰੀਰ ਸ਼ਾਂਤ ਕੀਤਾ, ਸੁਰਤੀ ਤੇ ਉਹਨਾਂ ਦੀ ਇੱਥੇ ਹੀ ਸੀ, ਇੰਦਰ ਨੂੰ ਹੀ ਆ ਰਹੇ ਸੀ, ਪਰ ਵਾਹਿਗੁਰੂ ਨੇ ਨਹੀਂ ਹੁਕਮ ਕੀਤਾ ਵੀ ਤੇ ਜਹਾਜ਼ ਤੇ ਚੜ੍ਹਨ ਨਹੀਂ ਦੇਣਾ, ਵੀ ਇੱਥੇ ਹੀ ਰਹਿ। ਚਲੋ ਜਿਵੇਂ ਹੁਕਮ ਵਾਹਿਗੁਰੂ ਦਾ ਹੁਕਮ ਹੋਇਆ, ਸ਼ਬਦ ਵਿਚਾਰ ਦਾ। ਸਤਿਗੁਰੂ ਜੀ ਦਾ ਗੁਰਬਾਣੀ 'ਚ ਫਰਮਾਨ ਹੈ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਆਸਤ ਅਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਧ ਵਿਹਾਣੀਆਂ। ਰੁੱਖ ਦੇ ਉੱਤੇ ਸ਼ਾਮ ਨੂੰ ਜਦੋਂ ਸੂਰਜ ਛੁਪ ਜਾਂਦਾ ਹੈ, ਪੰਛੀ ਆ ਕੇ ਬੈਠਦੇ ਨੇ। ਕਿਸੇ ਦੀ ਆਵਾਜ਼ ਖੜਵੀ ਹੈ, ਤੱਤੀ ਹੈ, ਕਿਸੇ ਦੀ ਆਵਾਜ਼ ਮਿੱਠੀ ਹੈ, ਪਰ ਜਦੋਂ ਡੁੱਬਿਆ ਹੋਇਆ ਸੂਰਜ ਚੜ੍ਹਦਾ ਹੈ, ਉਸ ਵੇਲੇ ਸਭ ਪੰਛੀ ਆਪਣੀ ਉਡਾਰੀਆਂ ਮਾਰ ਜਾਂਦੇ ਹੈ। ਐਸੇ ਹੀ ਆ ਸੰਸਾਰ ਰੂਪੀ ਰੁੱਖ ਹੈ। ਸੰਸਾਰ ਰੂਪੀ ਰੁੱਖ ਦੇ ਉੱਤੇ ਆਪਾਂ ਜਿਹੜੇ ਵੀ ਤਰਜੀਵ ਹਾਂ, ਪੰਛੀਆਂ ਦੀ ਨਿਆਈ ਆ ਕੇ ਬੈਠੇ ਹਾਂ। ਆਪਣਾ ਕਾਲ ਰੂਪੀ ਸੂਰਜ ਹੈ ਜਿਹੜਾ ਛੁਪਿਆ ਹੋਇਆ ਹੈ। ਆਸਤ ਅਦੋਤ ਭਇਆ ਉੱਠ ਚੱਲੇ, ਜਦੋਂ ਛੁਪਿਆ ਹੋਇਆ ਕਾਲ ਰੂਪ ਸੂਰਜ ਚੜ੍ਹਿਆ ਆਉਂਦਾ ਹੈ, ਉਦੋਂ ਇਹ ਪੰਛੀ ਉਡਾਰੀ ਮਾਰ ਜਾਂਦਾ ਹੈ, ਫਿਰ ਨਹੀਂ ਪੈਂਦਾ ਉਹ ਰੁੱਖ ਤੇ। ਇਸੇ ਤਰ੍ਹਾਂ ਹੀ ਅਸੀਂ ਜਿਤਨੇ ਵੀ ਜੀਵ ਰੂਹ ਪੰਛੀ हैं, ਇਹ ਵੀ ਜਿਉਂ-ਜਿਉਂ ਔਧ ਵਿਹਾਣੀਆਂ, ਜਿਵੇਂ-ਜਿਵੇਂ ਔਧ ਉਮਰਾਂ ਵਿਹਾਣੀਆਂ ਬੀਤਦੀ ਜਾਂਦੀ ਹੈ, ਆਪਾਂ ਵੀ ਉਡਾਰੀ ਮਾਰ ਜਾਂਦੇ ਹਾਂ। ਜਿੰਨੇ ਸਵਾਸ ਜਿਤਨੇ ਪਲ ਵਾਹਿਗੁਰੂ ਨੇ ਗਿਣ ਕੇ ਪਾਏ ਹੋਏ ਨੇ ਸਵਾਸ, ਨਾਨ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਨ ਤਿਲ ਸਾਰ। ਇੱਕ ਤਿਲ ਮਾਤਰ ਵੀ ਕੋਈ ਸਵਾਸ ਵੱਧ ਨਹੀਂ ਸਕਦਾ, ਤਿਲ ਮਾਤਰ ਵੀ ਘਟ ਨਹੀਂ ਸਕਦਾ। ਦੂਜੀ ਗੱਲ ਹੈ, ਤਿੰਨ ਚੀਜ਼ਾਂ ਪਰਮੇਸ਼ਰ ਨੇ ਖੇਡ ਬਣਾਈ ਹੈ, ਤਿੰਨ ਚੀਜ਼ਾਂ ਦੀ। ਉਹ ਹੈ
ਤੇ ਇੱਕ ਤੇ ਸਮਾਂ, ਇੱਕ ਉਹ ਜਗ੍ਹਾ, ਇੱਕ ਉਹ ਵਸਤ ਜਿਸ ਨੂੰ ਕਿਹਾ ਵਿਦਵਾਨਾਂ ਨੇ ਦੇਸ਼ ਕਾਲ ਵਸਤੂ। ਦੇਸ਼ ਕਾਲ ਵਸਤੂ ਤਿੰਨੇ ਜਦੋਂ ਇਕੱਠੇ ਹੁੰਦੇ ਹੈ, ਬਸ ਉਸ ਵੇਲੇ ਪਰਮੇਸ਼ਰ ਦੀ ਖੇਡ ਵਰਤ ਜਾਂਦੀ ਹੈ। ਉਹ ਜਗ੍ਹਾ ਜਿੱਥੇ ਉਸ ਸਮੇਂ ਤੇ ਆ ਕੇ ਉਸ ਵਸਤੂ ਦੇ ਪ੍ਰਾਪਤ ਹੋਣੇ ਤੇ ਸਰੀਰ ਦਾ ਅੰਤ ਹੋ ਜਾਂਦਾ ਹੈ। ਪਿਛਲੇ ਸਾਲ ਵੀ ਜਦੋਂ ਇੱਥੋਂ ਗਏ ਸਰਦਾਰ ਕਿਰਪਾਲ ਸਿੰਘ ਜੀ ਤੇ ਮੈਂ ਵੀ ਨਾਲ ਹੀ ਸੀ, ਅਸੀਂ ਇਕੱਠੇ ਹੀ ਇੱਕੋ ਹੀ ਫਲੈਟ 'ਚ ਗਏ ਸੀ। ਉਦੋਂ ਵੀ ਤੇ ਉੱਥੋਂ ਦੀ ਲੰਘੇ ਸੀ, ਸ਼ਿਕਾਗੋ ਹੀ ਉਦੋਂ ਗਏ ਸੀ, ਪਰ ਉਹ ਸਮਾਂ ਨਹੀਂ ਸੀ। ਸਮਾਂ ਘੜੀ ਦਾ ਨਹੀਂ, ਸਮਾਂ ਹੁੰਦਾ ਹੈ ਸਵਾਸਾਂ ਦਾ। ਉਸ ਵੇਲੇ ਉਹ ਸਵਾਸਾਂ ਦਾ ਸਮਾਂ ਨਹੀਂ ਸੀ ਵੀ, ਉੱਥੋਂ ਹੀ ਉਤਰੇ ਸੀ, ਉੱਥੇ ਚੜ੍ਹੇ ਸੀ। ਪਰ ਜਦੋਂ ਉਹ ਸਮਾਂ ਨਾਲ ਰਲ ਜਾਂਦਾ ਹੈ, ਉਹ ਵਸਤ ਹੁੰਦੀ ਹੈ ਤੇ ਫਿਰ ਉਹ ਪਰਮੇਸ਼ਰ ਦਾ ਭਾਣਾ ਵਰਤ ਜਾਂਦਾ ਹੈ। ਉਹ ਸੰਸਾਰ ਸਮਾਂ ਉੱਥੇ ਉਹਨਾਂ ਦਾ ਬੀਤ ਗਿਆ। ਸਮੁੱਚਾ ਪਰਿਵਾਰ ਗੁਰੂ ਦੀ ਬਖਸ਼ਿਸ਼ ਹੈ। ਸਤਿਗੁਰੂ ਜੀ ਦੀ ਤਾਬਿਆ ਬੈਠ ਕੇ ਐਵੇਂ ਕਿਸੇ ਦੀ ਉਸਤਤ ਕਰੀ ਜਾਣੀ, ਇਹ ਸਾਡਾ ਗੁਰਸਿੱਖਾਂ ਦਾ ਕੰਮ ਤਾਂ ਨਹੀਂ ਹੁੰਦਾ। ਪਰ ਅਸਲ ਨੂੰ ਅਸਲੀਅਤ ਕਹਿ ਦੇਣਾ ਇਹ ਨਿੰਦਿਆ ਜਾਂ ਉਪਮਾ ਵੀ ਨਹੀਂ ਹੁੰਦੀ। ਗੁਰਮੁਖ ਪਰਿਵਾਰ ਅੰਮ੍ਰਿਤਧਾਰੀ ਪਰਿਵਾਰ ਹੈ। ਮਨਜੀਤ ਸਿੰਘ ਜੀ ਦੇ ਸੁਪੁੱਤਰ ਵੀ ਅੱਗੇ ਭਾਈ ਕਿਰਪਾਲ ਸਿੰਘ ਜੀ ਦੇ ਪੋਤੇ ਪੋਤੀ, ਸਾਰੇ ਪਰਿਵਾਰ ਅੰਮ੍ਰਿਤਧਾਰੀ ਹੈ। ਗੁਰਬਾਣੀ ਦੀ ਸੋਝੀ ਲੈਂਦੇ ਹੈ, ਜਿਤਨੀ ਵੀ ਮਿਲਦੀ ਹੈ। ਕਥਾ ਦਾ ਆਨੰਦ ਤੇ ਕੀਰਤਨ ਦੇ ਨਾਲ, ਕੀਰਤਨ ਦੇ ਧਨੀ ਹੈ। ਬੱਚੇ ਵੀ ਗਾਂ ਜਿਹੜੇ ਪੁੱਤ ਪੋਤੇ ਹੈ, ਉਹ ਵੀ ਕੀਰਤਨ ਦੇ ਵਿੱਚ ਜੁੜ ਕੇ ਬੜੀ ਗੁਰੂ ਦੀ ਕਿਰਪਾ ਬਖਸ਼ਿਸ਼ ਹੈ। ਮਿਲ ਕੇ ਤੇ ਨਾਲ ਨਾਲ ਸ਼ਾਸਤਰ ਵਿਦਿਆ ਦਾ, ਗੁਰਮੁਖ ਬੱਚੇ ਉਹ ਸਾਰੇ ਮਿਲ ਕੇ ਉੱਥੇ ਸ਼ਾਸਤਰ ਵਿਦਿਆ ਦਾ ਜਥਾ ਵੀ ਇਹਨਾਂ ਨੇ ਬਣਾਇਆ ਹੈ, ਗੱਤਕਾ ਵੀ ਖੇਡਦੇ ਹੈ। ਚਲੋ ਗੁਰੂ ਦੀ ਬਖਸ਼ਿਸ਼ ਹੈ। ਸਮਾਂ ਬਹੁਤ ਹੋ ਗਿਆ, ਆਪ ਜੀ ਨੇ ਕੀਰਤਨ ਵੀ ਸੁਣਿਆ ਘੰਟਾ ਬੈਠ ਕੇ। ਆਪਾਂ ਹੁਣ ਜੋ ਹੁਕਮਨਾਮਾ ਸਤਿਗੁਰੂ ਜੀ ਨੇ ਸ੍ਰੀ ਮੁਖ ਵਾਕ ਬਖਸ਼ਿਆ, ਹੁਕਮਨਾਮਾ ਹੁੰਦਾ ਜਿਹਦੇ 'ਚ ਹੁਕਮ ਹੋਵੇ ਵੀ ਤੂੰ ਐਂ ਕਰਨਾ ਭਾਈ, ਉਹ ਹੁੰਦਾ ਹੁਕਮਨਾਮਾ। ਤੇ ਕੁਝ ਸ਼ਬਦ ਐਸੇ ਵੀ ਨੇ ਜਿਹੜੇ ਬੇਨਤੀ ਦੇ ਨੇ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਹੈ ਉਪਦੇਸ਼ ਵਾਚਕ ਸ੍ਰੀ ਮੁਖ ਵਾਕ ਹੈ, ਜੋ ਸ਼ਬਦ ਭੋਗ ਦੇ ਸਮੇਂ ਤੇ ਆਇਆ। ਸੋਠ ਰਾਗ ਵਿੱਚ ਇਹ ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਆਪਾਂ ਇਸ ਸ਼ਬਦ ਦੀ ਵਿਚਾਰ ਹੁਣ ਸ਼ੁਰੂ ਕਰੀਏ। ਹੁਣ ਤੱਕ ਜੋ ਬੇਨਤੀ ਕੀਤੀ ਇਹਨੂੰ ਕਥਾ ਨਹੀਂ ਕਹਿੰਦੇ, ਭਾਵੇਂ ਸਾਡੇ ਲੋਕਾਂ ਨੇ ਇਹਨੂੰ ਬਣਾ ਲਿਆ ਵੀ ਕੋਈ ਚਾਰ ਗੱਲਾਂ ਗੁਰਬਾਣੀ ਚੋਂ ਬੋਲਦੇ ਹੋਏ ਕਹਿੰਦੇ ਜੀ ਕਥਾ ਕਰਤੀ। ਇਹ ਕਥਾ ਨਹੀਂ ਹੁੰਦੀ, ਕਥਾ ਹੁੰਦੀ ਹੈ ਸ਼ਬਦ ਦੀ ਵਿਚਾਰ। ਆਓ ਜੋ ਸ੍ਰੀ ਮੁਖ ਵਾਕ ਆਇਆ, ਇਹਦੀ ਵਿਚਾਰ ਆਪਾਂ ਸੁਣੀਏ। ਸ਼ਬਦ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਸੋਠ ਰਾਗ ਵਿੱਚ ਹੈ। ਇਹ ਠੀਕ ਹੈ, ਸੰਗੀਤਕਾਰ ਲੋਕ ਸੋਠ ਨੂੰ ਰਾਗਣੀ ਵੀ ਮੰਨਦੇ ਹੈ, ਪਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਸਾਰਿਆਂ ਰਾਗ ਰਾਗਣੀਆਂ ਨੂੰ ਰਾਗ ਸ਼ਬਦ ਹੀ ਲਿਖੇ, ਇਸ ਕਰਕੇ ਰਾਗ ਹੀ ਕਹਿ ਦਈਦਾ। ਸੋਠ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਉਚਾਰਦੇ ਨੇ। ਸ਼ਬਦ ਦੀ ਸਥਾਈ ਹੈ, ਸਾਚੇ ਸਾਹਿਬ ਸਿਉ ਮਨ ਮਾਨਿਆ। ਮਨ ਮੰਨ ਜਾਵੇ, ਇੱਕ ਸੁਣਨਾ ਹੁੰਦਾ ਹੈ, ਇੱਕ ਸੁਣ ਕੇ ਮੰਨਣਾ ਹੁੰਦਾ ਹੈ।
ਕਈ ਵਾਰ ਮੰਨ ਕੇ ਵੀ ਉਹਦੇ ਤੇ ਚੱਲਿਆ ਨਹੀਂ ਜਾਂਦਾ, ਗੱਲ ਫੇਰ ਵੀ ਨਹੀਂ ਬਣਦੀ। ਉਹਨੂੰ ਕਹਿੰਦੇ ਜੇ ਸੁਣਿਆ ਮੰਨਿਆ ਮਨ ਕੀਤਾ ਭਾਓ, ਮੰਨ ਕੇ ਫਿਰ ਐਸਾ ਪ੍ਰੇਮ ਕਰ ਲਿਆ ਤੇ ਉਸ ਤੇ ਚੱਲ ਪਿਆ, ਗੱਲ ਫੇਰ ਬਣ ਗਈ ਹੈ। ਇੱਕ ਵਾਰ ਇੱਕ ਡਿਊਟੀ ਕਰਕੇ ਪੁਲਿਸ ਦਾ ਹੌਲਦਾਰ ਸੀ, ਫਿਰੋਜ਼ਪੁਰ ਤੋਂ ਬੈਠੇ ਫਾਜ਼ਿਲਕਿਆਂ ਨੂੰ ਜਾ ਰਹੇ ਸੀ। ਕੁਝ ਗੱਲਾਂ ਅਜਿਹੀਆਂ ਚੱਲੀਆਂ, ਮੈਂ ਕਿਹਾ ਵੀ ਤੂੰ ਹੌਲਦਾਰ ਹੈ, ਮੈਨੂੰ ਇਉਂ ਦੱਸ ਵੀ ਜਿਹੜੇ ਨਸ਼ੇ ਤੁਸੀਂ ਸ਼ਾਮ ਨੂੰ ਵਰਤੇ ਬਿਨੋਂ ਰਹਿੰਦੇ ਨਹੀਂ, ਵੀ ਇਹਦੇ ਨਾਲ ਤੁਹਾਨੂੰ ਲਾਭ ਕੀ ਹੁੰਦਾ ਹੈ, ਘਾਟਾ ਕੀ ਪੈਂਦਾ ਜੇ ਨਾ ਵਰਤੋਂ। ਉਹ ਕਹਿਣ ਲੱਗਾ ਜੀ ਮੈਂ ਆਦੀ ਹਾਂ, ਪੱਕਾ ਆਦੀ ਹਾਂ, ਪਰ ਗੱਲ ਸੁਣ ਲਓ, ਮੈਂ ਸੱਚੀ ਕਹੂੰਗਾ। ਤੇ ਮੈਂ ਕਹਿੰਦਾ ਵੀ ਹੁਣ ਰਿਟਾਇਰ ਹੋਣ ਵਾਲਾ, ਮੇਰੀ ਸਾਰੀ ਡਿਊਟੀ ਉਮਰ ਲੰਘ ਗਈ, ਪਰ ਮੈਂ ਇਹੀ ਦੇਖਿਆ ਵੀ ਇਹਦੇ 'ਚ ਤੁਸੀਂ ਕਹਿੰਦੇ ਹੋ ਫਾਇਦਾ ਲਾਭ, ਤਾਂ ਕਹਿੰਦਾ ਕੋਈ ਡੱਕੇ ਦਾ ਹੈ ਹੀ ਨਹੀਂ, ਚਾਰ ਚੁਫੇਰੇ ਨੁਕਸਾਨ ਹੀ ਨੁਕਸਾਨ ਹੈ। ਅਗਰ ਤੈਨੂੰ ਪਤਾ ਹੈ? ਕਹਿੰਦਾ ਪੱਕਾ, ਮੈਨੂੰ ਪੱਕਾ ਪਤਾ ਹੈ ਵੀ ਸਰੀਰ ਦਾ ਵੀ ਨੁਕਸਾਨ ਹੈ, ਦਿਮਾਗ ਦਾ ਵੀ ਨੁਕਸਾਨ ਹੈ, ਮਾਇਆ ਦਾ ਵੀ ਨੁਕਸਾਨ ਹੈ, ਧਰਮ ਨੇ